ਸਾਡੇ ਨਾਲ ਜੁੜੇ ਰਹਿਣ ਦੇ ਲਈ YouTube ਦਾ ਚੈਨਲ ਅੰਮ੍ਰਿਤ ਬਾਣੀ ਸੇਵਾ ਦਾ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਬਟਨ ਜਰੂਰ ਪ੍ਰੈਸ ਕਰੋ ਤਾਂ ਕਿ ਤੁਹਾਡੇ ਤੱਕ ਸਾਡੀ ਨਵੀਂ ਨੋਟੀਫਿਕੇਸ਼ਨ ਜਲਦੀ ਪਹੁੰਚ ਸਕੇ। ਭਗਤ ਧੰਨਾ ਜੀ। ਭਾਈ ਗੁਰਦਾਸ ਜੀ ਭਗਤ ਧੰਨਾ ਜੀ ਦੀ ਬਾਬਤ ਇੰਜ ਫਰਮਾਉਂਦੇ ਨੇ, ਬਾਹਮਣ ਪੂਜੈ ਦੇਵਤੇ ਧੰਨਾ ਗਊ ਚਰਾਵਣ ਆਵੈ। ਧੰਨੇ ਡਿੱਠਾ ਚਲਤ ਇਹ ਪੁੱਛੈ ਬਾਹਮਣ ਆਖ ਸੁਣਾਵੈ। ਠਾਕੁਰ ਦੀ ਸੇਵਾ ਕਰੇ ਜੋ ਇੱਛੈ ਸੋਈ ਫਲ ਪਾਵੈ। ਧੰਨਾ ਕਰਦਾ ਜੋਦੜੀ ਮੈਂ ਪੀ ਦੇ ਇੱਕ ਜੇ ਤੁਧ ਭਾਵੈ। ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛੁਡਾਵੈ। ਠਾਕੁਰ ਨੂੰ ਨਾਵਾਲ ਕੈ ਸ਼ਾਹ ਰੋਟੀ ਲੈ ਭੋਗ ਚੜਾਵੈ। ਹੱਥ ਜੋੜ ਮਿੰਨਤ ਕਰੇ ਪੈਰੀ ਪੈ ਪੈ ਬਹੁਤ ਮਨਾਵੈ। ਹਉ ਪੀ ਮੂੰਹ ਨਾ ਜੁਠਾ ਲਸਾਂ ਤੂੰ ਰੁੱਠਾ ਮੈਂ ਕਿਉਂ ਨਾ ਸੁਖਾਵੈ। ਗੋਸਾਈ ਪ੍ਰਤੱਖ ਹੋਏ ਰੋਟੀ ਖਾਏ ਸ਼ਾਹੇ ਮੋਹ ਲਾਵੈ। ਭੋਲਾ ਭਾਉ ਗੋਬਿੰਦ ਮਲਾਵੈ। ਭੋਲਾ ਭਾਉ ਗੋਬਿੰਦ ਮਲਾਵੈ। ਅਖਰੀ ਅਰਥ ਇਸ ਪੌੜੀ ਦੇ ਇੰਜ ਹਨ ਕਿ ਇੱਕ ਬ੍ਰਾਹਮਣ ਦੇਵਤੇ ਦੀ ਪੂਜਾ ਕਰਦਾ ਹੁੰਦਾ ਸੀ, ਭਾਵ ਪੱਥਰ ਦੀਆਂ ਮੂਰਤਾਂ ਨੂੰ ਪੂਜਿਆ ਕਰਦਾ ਸੀ। ਉਸੇ ਖੂਹ ਉੱਪਰ ਧੰਨਾ ਜੀ ਗਊਆਂ ਚਾਰਨ ਆਇਆ ਕਰਦੇ ਸਨ। ਧੰਨਾ ਜੀ ਉਸ ਦਾ ਇਹ ਕਰਤੱਵ ਦੇਖ ਕੇ ਪੁੱਛਣ ਲੱਗੇ ਕਿ ਪੰਡਤ ਜੀ ਇਹ ਕੀ ਕਰਦੇ ਹੋ। ਬਾਹਮਣ ਨੇ ਉੱਤਰ ਦਿੱਤਾ ਕਿ ਠਾਕੁਰ ਦੀ ਸੇਵਾ ਕਰ ਰਿਹਾ ਹਾਂ। ਠਾਕੁਰ ਦੀ ਸੇਵਾ ਕਾਹਦੇ ਲਈ? ਪੰਡਤ ਜੀ ਆਖਣ ਲੱਗੇ ਕਿ ਠਾਕੁਰ ਦੀ ਸੇਵਾ ਕਰਨ ਨਾਲ ਮਨ ਇੱਛਤ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਧੰਨਾ ਜੀ ਮਿੰਨਤਾਂ ਕਰਨ ਲੱਗੇ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਓ ਜੇ ਤੁਹਾਨੂੰ ਭਾਉਂਦਾ ਹੈ। ਤਾਂ ਬ੍ਰਾਹਮਣ ਨੇ ਇੱਕ ਪੱਥਰ ਕੱਪੜੇ ਵਿੱਚ ਲਪੇਟ ਕੇ ਦੇ ਦਿੱਤਾ ਤੇ ਧੰਨੇ ਜੀ ਤੋਂ ਆਪਣਾ ਖਹਿੜਾ ਛੁਡਾਇਆ। ਧੰਨਾ ਜੀ ਉਸ ਠਾਕੁਰ ਨੂੰ ਲੈ ਕੇ ਘਰ ਆ ਗਏ। ਇਸ਼ਨਾਨ ਕਰਾ ਕੇ ਰੋਟੀ ਅਤੇ ਲੱਸੀ ਭੋਗ ਲਈ ਰੱਖੀ। ਜਦੋਂ ਠਾਕੁਰ ਜੀ ਨੇ ਭਾਵ ਉਸ ਪੱਥਰ ਨੇ ਰੋਟੀ ਨਾ ਖਾਧੀ ਤਾਂ ਹੱਥ ਜੋੜ ਕੇ ਮਿੰਨਤਾਂ ਕਰਨ ਲੱਗੇ, ਡੰਡੌਤਾਂ ਕਰਕੇ ਬਹੁਤ ਮਨਾਉਣ ਲੱਗੇ। ਫਿਰ ਕਹਿਣ ਲੱਗੇ ਕਿ ਮੈਂ ਵੀ ਮੂੰਹ ਜੂਠਾ ਨਹੀਂ ਕਰਨਾ, ਉਦੋਂ ਤੱਕ ਭੁੱਖਾ ਹੀ ਰਵਾਂਗਾ ਜਦੋਂ ਤੱਕ ਤੁਸੀਂ ਕੁਝ ਵੀ ਛਕੋਗੇ ਨਾ, ਕਿਉਂਕਿ ਤੁਸੀਂ ਰੁੱਸੇ ਹੋਵੋ ਤੇ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ। ਭਗਤ ਧੰਨਾ ਜੀ ਦੇ ਇਸ ਭੋਲੇਪਨ ਤੇ ਪ੍ਰਸੰਨ ਹੋ ਕਰਕੇ ਗੁਸਾਈ ਪ੍ਰਤੱਖ ਪ੍ਰਗਟ ਹੋਏ, ਰੋਟੀ ਖਾ ਕੇ ਸ਼ਾਹ ਪੀਣ ਲੱਗੇ। ਇਸ ਤਰ੍ਹਾਂ ਭੋਲਾ ਭਾ ਗੋਬਿੰਦ ਨੂੰ ਮਿਲਾ ਦਿੰਦਾ ਹੈ। ਭਗਤ ਧੰਨਾ ਜੀ ਦਾ ਸੰਖੇਪ ਜੀਵਨ ਬਿਉਰਾ ਬਹੁਤਾਤ ਵਿੱਚ ਤੇ ਨਹੀਂ ਮਿਲਦਾ, ਕਿਉਂਕਿ ਇਹਨਾਂ ਦੇ ਮਾਤਾ ਪਿਤਾ ਜੀ, ਧਰਮ ਸੁਪਤਨੀ, ਸੰਤਾਨ ਆਦਿਕ ਬਾਰੇ ਜਾਣਕਾਰੀ ਨਹੀਂ। ਉਂਝ ਜਨਮ ਸਥਾਨ ਪਿੰਡ ਧੁਆਨ, ਇਲਾਕਾ ਟਾਂਕ, ਉਸ ਸਮੇਂ ਰਾਜਪੂਤਾਨਾ ਸੀ, ਉੱਥੋਂ ਦਾ ਦੱਸਿਆ ਜਾਂਦਾ ਹੈ। ਜਨਮ ਦਾ ਸਮਾਂ ਕਰੀਬਨ 1415 ਈਸਵੀ ਦੇ ਨੇੜੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪ ਜੀ ਦੇ 4 ਸ਼ਬਦ ਦਰਜ ਹਨ। ਇਹਨਾਂ ਦਾ ਕਾਰੋਬਾਰ ਜ਼ਮੀਂਦਾਰੇ ਦਾ ਸੀ। 1475 ਈਸਵੀ ਵਿੱਚ 60 ਸਾਲ ਦੀ ਆਰਜੂ ਭੋਗ ਕੇ ਆਪ ਜੀ ਪ੍ਰਭੂ ਵਿੱਚ ਲੀਨ ਹੋਏ। ਭਗਤ ਧੰਨਾ ਜੀ ਦਾ ਜਨਮ ਇੱਕ ਗਰੀਬ ਜੱਟ ਦੇ ਘਰ ਹੋਇਆ। ਜਦੋਂ ਕੁਝ ਹੋਸ਼ ਸੰਭਾਲੀ ਤਦ ਮਾਪਿਆਂ ਵੱਲੋਂ ਗਊਆਂ ਚਰਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ। ਧੰਨਾ ਜੀ ਜਿੱਧਰ ਗਊਆਂ ਚਰਨ ਜਾਂਦੇ ਸਨ, ਉਧਰਲੇ ਪਾਸੇ ਹੀ ਇੱਕ ਪੰਡਤ ਜੀ ਤਲਾਬ ਦੇ ਕੰਢੇ ਬੈਠੇ ਠਾਕੁਰਾਂ ਦੀ ਪੂਜਾ ਕਰਿਆ ਕਰਦੇ ਸਨ। ਭਗਤ ਧੰਨਾ ਜੀ ਹਰ ਰੋਜ਼ ਇਹ ਕਰਤੱਵ ਵੇਖਦੇ। ਉਸ ਵੇਲੇ ਭਗਤ ਧੰਨਾ ਜੀ ਦੀ ਉਮਰ ਕੋਈ 12 ਕੁ ਵਰ੍ਹਿਆਂ ਦੀ ਸੀ। ਉਸ ਪੰਡਤ ਦਾ ਨਾਮ ਤਰਲੋਚਨ ਦੱਸਿਆ ਜਾਂਦਾ ਹੈ। ਉਹ ਚੰਗਾ ਕਥਾਕਾਰ ਸੀ। ਠਾਕੁਰ ਦੁਆਰੇ ਆਉਣ ਵਾਲੇ ਪ੍ਰੇਮੀਆਂ ਨੂੰ ਸੱਚੇ ਪ੍ਰੇਮ ਅਤੇ ਸਿਦਕ ਦੀਆਂ ਸਾਖੀਆਂ ਸੁਣਾਇਆ ਕਰਦਾ ਸੀ। ਪਰ ਆਪਣੇ ਹਿਰਦੇ ਵਿੱਚ ਉਸਦੇ ਪ੍ਰੇਮ ਦੀ ਥਾਂ ਲੋਭ, ਲਾਲਚ ਅਤੇ ਢਿੱਡ ਭਰਨ ਦੀ ਇੱਛਾ ਹੀ ਸੀ। ਇਸ ਕਰਕੇ ਉਸ ਪੰਡਤ ਦਾ ਮਨ ਪ੍ਰਭੂ ਪ੍ਰੀਤ ਤੋਂ ਸਖਣਾ ਰਿਹਾ। ਉਹ ਪ੍ਰਮਾਣ ਦਿੰਦਾ, ਬੇਅੰਤ ਸਾਖੀਆਂ ਸੁਣਾਉਂਦਾ, ਪਰ ਆਪ ਰਾਮ ਨਾਮ ਰੂਪੀ ਅੰਮ੍ਰਿਤ ਰਸ ਤੋਂ ਖਾਲੀ ਸੀ। ਕਰਮਕਾਂਡੀ ਬ੍ਰਾਹਮਣ ਕਥਾ ਕਰਦਿਆਂ ਦੱਸਿਆ ਕਿ ਠਾਕੁਰਾਂ ਦੀ ਪੂਜਾ ਕਰਨ ਨਾਲ ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ, ਸਭ ਪਦਾਰਥ ਮਿਲ ਜਾਂਦੇ ਹਨ, ਘਰ ਵਿੱਚ ਕੋਈ ਘਾਟ ਨਹੀਂ ਰਹਿੰਦੀ। 4 ਪਦਾਰਥ ਭਾਵ ਅਰਥ, ਧਰਮ, ਕਾਮ, ਮੋਖ ਸਭ ਮਨ ਇੱਛਤ ਪ੍ਰਾਪਤ ਹੁੰਦੇ ਹਨ। ਇਸ ਮੁੱਖ ਗਿਆਨੀ ਕਥਾਕਾਰ ਪੰਡਤ ਤਰਲੋਚਨ ਨੂੰ ਪ੍ਰਭੂ ਜੀ ਤੇ ਆਪ ਕੋਈ ਉੱਕੀ ਸ਼ਰਧਾ ਹੀ ਨਹੀਂ ਸੀ। ਪਰ ਧੰਨਾ ਜੀ ਦਾ ਮਨ ਕਥਾਕਾਰ ਪੰਡਤ ਤਰਲੋਚਨ ਦੀ ਵਾਰਤਾਲਾਪ ਤੋਂ ਬਹੁਤ ਪ੍ਰਭਾਵਿਤ ਹੋਇਆ। ਧੰਨਾ ਜੀ ਭੋਲੇਪਨ ਵਿੱਚ ਨਾਮਦੇਵ ਜੀ ਵਾਂਗੂ ਸਮਝਦੇ ਸਨ
ਕਿ ਇਹ ਠਾਕੁਰ ਸਭ ਕੁਝ ਖਾਂਦੇ ਪੀਂਦੇ ਹਨ। ਪ੍ਰੇਮ ਵਿੱਚ ਸ਼ਰਧਾ ਤੇ ਦ੍ਰਿੜਤਾ ਨੇ ਧੰਨਾ ਜੀ ਨੂੰ ਠਾਕੁਰਾਂ ਦੀ ਪੂਜਾ ਲਈ ਪ੍ਰੇਰਿਆ। ਮਨ ਵਿੱਚ ਉਮਾਹ ਆਇਆ ਕਿ ਮੈਂ ਵੀ ਠਾਕੁਰਾਂ ਦੀ ਸੇਵਾ ਕਰਾਂ ਤਾਂ ਜੋ ਮੈਨੂੰ ਵੀ ਕੁਝ ਪ੍ਰਾਪਤੀ ਹੋ ਸਕੇ। ਪੰਡਤ ਜੀ ਨੂੰ ਦੂਸਰੇ ਦਿਨ ਜਾ ਕੇ ਬੇਨਤੀ ਕੀਤੀ ਕਿ ਪੰਡਤ ਜੀ ਕਿਰਪਾ ਕਰੋ, ਇੱਕ ਠਾਕਰ ਮੈਨੂੰ ਵੀ ਦੇ ਦਿਓ। ਮੈਂ ਵੀ ਤੁਹਾਡੇ ਵਾਂਗੂ ਠਾਕੁਰਾਂ ਦੀ ਪੂਜਾ ਕਰਨੀ ਚਾਹੁੰਦਾ ਹਾਂ। ਠਾਕੁਰਾਂ ਨੂੰ ਇਸ਼ਨਾਨ ਕਰਵਾਵਾਂਗਾ, ਪ੍ਰਭਾਤ ਵੇਲੇ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹੋਵਾਂਗਾ ਤੇ ਜੋ ਮੇਰਾ ਮਨ ਚਾਹੇਗਾ ਮੰਗ ਲਵਾਂਗਾ। ਪੰਡਤ ਤਰਲੋਚਨ ਨੇ ਆਖਿਆ ਕਿ ਠਾਕੁਰਾਂ ਦੀ ਪੂਜਾ ਕਾਕਾ ਬਹੁਤ ਔਖੀ ਹੈ। ਪ੍ਰਭਾਤ ਵੇਲੇ ਉੱਠਣਾ ਪੈਣਾ ਹੈ, ਇਸ਼ਨਾਨ ਕਰਨਾ, ਠਾਕੁਰਾਂ ਦਾ ਫਿਰ ਇਸ਼ਨਾਨ ਕਰਾਉਣਾ, ਧੂਪ ਦੀਪ ਕਰਨੀ, ਫਿਰ ਠਾਕੁਰਾਂ ਨੂੰ ਭੋਗ ਲਵਾਉਣਾ ਤੇ ਫਿਰ ਕਿਤੇ ਜਾ ਕੇ ਆਪ ਕੁਝ ਮੂੰਹ ਪਾਉਣਾ। ਇਹ ਕੰਮ ਤੇਰੇ ਪਾਸੋਂ ਨਹੀਂ ਹੋਣਾ। ਤੂੰ ਇੱਕ ਤਾਂ ਅਨਪੜ੍ਹ ਹੈ, ਖੇਤੀਬਾੜੀ ਦੇ ਕੰਮ ਵਿੱਚੋਂ ਤੈਨੂੰ ਵੇਲ ਹੀ ਨਹੀਂ ਮਿਲਦੀ। ਇਵੇਂ ਤਰਲੋਚਨ ਨੇ ਆਪ ਭਗਤ ਧੰਨਾ ਜੀ ਦੇ ਕੋਲੋਂ ਪਿੱਛਾ ਛਡਾਉਣ ਲਈ ਟਾਲ ਮਟੋਲ ਕੀਤੀ, ਪਰ ਧੰਨਾ ਜੀ ਵਾਰ-ਵਾਰ ਉਹਨਾਂ ਦੇ ਖਹਿੜੇ ਪੈ ਗਏ। ਬੇਨਤੀਆਂ ਕਰਨ ਲੱਗੇ ਕਿ ਨਹੀਂ, ਕਿਰਪਾ ਕਰੋ, ਮੈਨੂੰ ਵੀ ਇੱਕ ਠਾਕੁਰ ਦੀ ਬਖਸ਼ਿਸ਼ ਕਰੋ। ਧੰਨਾ ਜੀ ਦੀ ਦ੍ਰਿੜਤਾ ਵੇਖ ਕੇ ਇੱਕ ਮੋਟਾ ਜਿਹਾ ਪੱਥਰ ਸਾਲਗ੍ਰਾਮ ਧੰਨਾ ਜੀ ਨੂੰ ਦੇ ਦਿੱਤਾ ਤੇ ਆਖਿਆ ਕਿ ਇਹ ਸਾਰੇ ਠਾਕਰਾਂ ਦਾ ਗੁਰੂ ਹੈ, ਇਸ ਦੀ ਪ੍ਰੇਮ ਪੂਰਵਕ ਸੇਵਾ ਕਰੀ। ਪੰਡਤ ਨੇ ਦਸ਼ਨਾ ਮੰਗੀ। ਤਦ ਧੰਨਾ ਜੀ ਨੇ ਸਜਰੀ ਸੂਈ ਹੋਈ ਗਊ ਤਰਲੋਚਨ ਜੀ ਨੂੰ ਦੇ ਦਿੱਤੀ ਅਤੇ ਪੂਜਾ ਵਿੱਚੋਂ ਜੋ ਪ੍ਰਾਪਤ ਹੋਵੇ ਉਸ ਦਾ ਅੱਧ ਵੀ ਤਰਲੋਚਨ ਪੰਡਤ ਨੂੰ ਦੇਣਾ ਪ੍ਰਵਾਨ ਕਰ ਲਿਆ। ਜਿਵੇਂ ਮੁਰਦੇ ਨੂੰ ਮੁੜ ਪ੍ਰਾਣਾ ਦੀ ਪ੍ਰਾਪਤੀ, ਪਪੀਹੇ ਨੂੰ ਸਵਾਂਤੀ ਪੂਨ ਦੀ ਪ੍ਰਾਪਤੀ, ਸੂਰਮੇ ਨੂੰ ਰਣ ਜਿੱਤਣ ਨਾਲ, ਹਾਰੇ ਜੁਆਰੀਏ ਨੂੰ ਧਨ ਦੀ ਵਾਪਸੀ ਨਾਲ, ਜੋਗੀ ਨੂੰ ਸਿੱਧੀ ਪ੍ਰਾਪਤੀ ਦੇ ਨਾਲ ਖੁਸ਼ੀ ਹੁੰਦੀ ਹੈ, ਬਿਰਧ ਉਮਰ ਵਿੱਚ ਜਿਵੇਂ ਪੁੱਤਰ ਦੀ ਪ੍ਰਾਪਤੀ, ਦਲਿਦਰੀ ਪੁਰਸ਼ ਨੂੰ ਕਲਪ ਬਿਰਸ਼ ਦੀ ਪ੍ਰਾਪਤੀ ਆਦਿ ਪਦਾਰਥਾਂ ਨਾਲ ਜਿਵੇਂ ਮਨ ਖੁਸ਼ ਹੁੰਦਾ ਹੈ, ਇਸ ਤੋਂ ਵੀ ਕਿਤੇ ਜ਼ਿਆਦਾ ਖੁਸ਼ੀ ਧੰਨਾ ਜੀ ਨੂੰ ਠਾਕੁਰ ਪ੍ਰਾਪਤ ਕਰਕੇ ਹੋਈ। ਘਰ ਪੁੱਜੇ, ਠਾਕੁਰ ਜੀ ਨੂੰ ਇੱਕ ਸੋਹਣੀ ਚੌਂਕੀ ਤੇ ਬਿਠਾ ਦਿੱਤਾ, ਉੱਪਰ ਕੱਪੜਾ ਦੇ ਦਿੱਤਾ। ਭੋਲੇ ਭਗਤ ਦਾ ਮਨ ਬਹੁਤ ਉਮਾਹ ਵਿੱਚ ਸੀ। ਪੰਡਤ ਤਰਲੋਚਨ ਨੇ ਇੱਕ ਮੋਟਾ ਪੱਥਰ ਦੇ ਕੇ ਆਪਣੇ ਵੱਲੋਂ ਤਾਂ ਠੱਗੀ ਮਾਰੀ ਤੇ ਧੰਨਾ ਜੀ ਨੂੰ ਗਲੋਂ ਲਾਇਆ। ਧੰਨਾ ਜੀ ਉਸ ਪੱਥਰ ਨੂੰ ਸ੍ਰਿਸ਼ਟੀ ਦਾ ਮਾਲਕ ਤੇ ਸਭ ਪਦਾਰਥਾਂ ਦਾ ਦਾਤਾ ਸਮਝ ਰਹੇ ਸਨ। ਰਾਤ ਧੰਨਾ ਜੀ ਨੂੰ ਨੀਂਦ ਕਿਵੇਂ ਆਵੇ? ਗਿੱਟੀਆਂ ਗਿਣਦੇ ਰਹੇ ਕਦੋਂ ਦਿਨ ਚੜ੍ਹੇ ਤਾਂ ਜੋ ਠਾਕੁਰਾਂ ਦੀ ਪੂਜਾ ਕਰਕੇ ਠਾਕੁਰ ਜੀ ਨੂੰ ਪ੍ਰਸੰਨ ਕੀਤਾ ਜਾ ਸਕੇ। ਇਹਨਾਂ ਸੋਚਾਂ ਵਿੱਚ ਹੀ ਸਾਰੀ ਰਾਤ ਲੰਘ ਗਈ। ਤੜਕਾ ਹੋਇਆ। ਪੰਡਤ ਤਰਲੋਚਨ ਦੇ ਕਹਿਣ ਅਨੁਸਾਰ ਭਗਤ ਧੰਨਾ ਜੀ ਨੇ ਆਪ ਇਸ਼ਨਾਨ ਕੀਤਾ, ਠਾਕੁਰ ਦਾ ਇਸ਼ਨਾਨ ਕਰਵਾਇਆ। ਰੋਟੀ, ਮੱਖਣ, ਸਾਗ ਅੱਗੇ ਰੱਖ ਕੇ ਬੇਨਤੀਆਂ ਕਰਨ ਲੱਗੇ ਕਿ ਭਗਵਾਨ ਜੀ ਕਿਰਪਾ ਕਰੋ, ਭੋਜਨ ਛਕੋ। ਕਾਫੀ ਦੇਰ ਪਿੱਛੋਂ ਮੁੜ ਭੋਜਨ ਉੱਪਰੋਂ ਕੱਪੜਾ ਚੁੱਕਿਆ, ਵੇਖਿਆ ਭੋਜਨ ਉਵੇਂ ਦਾ ਉਵੇਂ। ਜਦੋਂ ਇਹ ਸੋਚਿਆ ਕਿ ਭਗਵਾਨ ਜੀ ਨੇ ਤਾਂ ਭੋਜਨ ਛਕਿਆ ਹੀ ਨਹੀਂ, ਮਨ ਉਦਾਸ ਹੋ ਗਿਆ। ਬਥੇਰੀ ਵਾਰ ਯਤਨ ਕੀਤੇ ਪਰ ਭੋਜਨ ਉਵੇਂ ਦਾ ਉਵੇਂ ਪਿਆ ਰਿਹਾ। ਅੰਤ ਆਖਣ ਲੱਗੇ ਕਿ ਭਗਵਾਨ ਜੀ ਮੇਰੇ ਪਾਸ ਤਾਂ ਇਹੋ ਕੁਝ ਹੀ ਹੈ, ਰੁੱਖਾ ਮਿੱਸਾ ਭੋਜਨ ਛਕ ਲਵੋ, ਲੱਸੀ ਪੀ ਲਵੋ। ਇਵੇਂ ਕਾਫੀ ਸਮਾਂ ਬੇਨਤੀਆਂ ਕਰਦਿਆਂ ਲੰਘ ਗਿਆ। ਫਿਰ ਬੇਨਤੀ ਕੀਤੀ ਕਿ ਮੇਰੇ ਪਾਸ ਹੋਰ ਪਦਾਰਥਾਂ ਦੀ ਕਮੀ ਹੈ। ਆਪ ਜੀ ਨੂੰ ਪੰਡਤ ਜੀ ਤਾਂ ਕਈ ਪ੍ਰਕਾਰ ਦੇ ਪਦਾਰਥ ਭੇਟ ਕਰਦੇ ਹੋਣਗੇ, ਪਰ ਤੁਸੀਂ ਕਿਰਪਾ ਕਰੋ, ਆਪਣਾ ਦਾਸ ਜਾਣ ਕੇ ਮੈਨੂੰ ਨਿਵਾਜਣਾ ਕਰੋ। ਛਲ, ਕਪਟ, ਫਰੇਬ ਅਤੇ ਹੋਰ ਅਪਾਧੀਆਂ ਤੋਂ ਧੰਨਾ ਜੀ ਦਾ ਮਨ ਬਿਲਕੁਲ ਨਿਰਲੇਪ ਸੀ। ਆਤਮਾ ਬਿਲਕੁਲ ਸ਼ੁੱਧ ਤੇ ਨਿਰਮਲ ਸੀ। ਭੋਲੇ ਭਾਵ ਵਿੱਚ ਹੱਥ ਜੋੜ ਕੇ ਉਸ ਪੱਥਰ ਦੇ ਮੂਹਰੇ ਬੇਨਤੀਆਂ ਕਰ ਰਹੇ ਨੇ। ਧੰਨਾ ਜੀ ਨੇ ਅਖੀਰ ਪ੍ਰਣ ਕਰ ਲਿਆ ਕਿ ਠਾਕੁਰ ਜੀ, ਜੇਕਰ ਤੁਸੀਂ ਕੁਝ ਨਾ ਛਕਿਆ ਤੇ ਮੈਂ ਵੀ ਆਪਣਾ ਮੂੰਹ ਝੂਠਾ ਨਹੀਂ ਕਰਾਂਗਾ। ਇਵੇਂ ਕਾਫੀ ਸਮਾਂ ਲੰਘ ਗਿਆ। ਉਧਰ ਪਰਮੇਸ਼ਰ ਜੀ ਨੇ ਭਗਤ ਦੇ ਇਸ ਭੋਲੇਪਨ ਤੇ ਪ੍ਰਸੰਨ ਹੋ ਕੇ, ਰੀਝ ਹੋ ਕੇ ਸੋਚਿਆ ਕਿ ਜੇਕਰ ਇਹ ਭਗਤ ਭੁੱਖਾ ਰਹਿ ਕੇ ਮਰ ਗਿਆ, ਲੋਕ ਆਖਣਗੇ ਕਿ ਧੰਨਾ ਠਾਕਰਾਂ ਨੂੰ ਲੱਭਦਾ ਮਰ ਗਿਆ। ਭਗਤ ਅਤੇ ਭਗਵਾਨ ਜੀ ਦੀ ਨਿੰਦਿਆ ਹੋਵੇਗੀ। ਪ੍ਰੇਮ ਬੰਧਨ ਵਿੱਚ ਬੱਧੇ ਭਗਵਾਨ ਜੀ ਪੱਥਰ ਦੇ ਠਾਕਰ ਵਿੱਚੋਂ ਪ੍ਰਤੱਖ ਪ੍ਰਗਟ ਹੋ ਗਏ। ਧੰਨਾ ਜੀ ਨੂੰ ਗਲੇ ਲਾਇਆ, ਪ੍ਰੇਮ ਬਸ ਹੋ ਕੇ ਬੇਹਾ ਬਾਸੀ ਭੋਜਨ ਛਕਿਆ। ਧੰਨਾ ਜੀ ਦੇ ਮੂੰਹ ਵਿੱਚ ਵੀ ਬੁਰਕੀਆਂ ਪਾਈਆਂ। ਇਸ ਪ੍ਰੇਮ ਦ੍ਰਿਸ਼ ਨੂੰ ਤੱਕ ਕੇ ਦੇਵਤਿਆਂ ਨੇ ਵੀ ਫੁੱਲਾਂ ਦੀ ਵਰਖਾ ਕੀਤੀ। ਧੰਨਾ ਜੀ ਦੇ ਅੰਦਰ ਖੁਸ਼ੀ ਦੀ ਝਰਨਾਹਟ ਛਿੜ ਗਈ। ਧੰਨਾ ਜੀ ਨੂੰ ਸਭ ਦਾਤਾਂ ਪ੍ਰਾਪਤ ਹੋ ਗਈਆਂ। ਘਰ ਵਿੱਚ ਕਿਸੇ ਪਦਾਰਥ ਦੀ ਕਮੀ ਨਾ ਰਹੀ। ਭਗਵਾਨ ਜੀ ਆਪ ਧੰਨਾ ਜੀ ਦੀ ਖੇਤੀਬਾੜੀ ਦਾ ਕੰਮਕਾਰ ਕਰਦੇ। ਗੁਰਮੁਖ ਪਿਆਰਿਓ, ਧੰਨਾ ਜੀ ਪੱਥਰ ਦੀ ਮੂਰਤੀ ਨੂੰ ਸਰਬ ਵਿਆਪਕ ਚੇਤਨ ਹਸਤੀ ਸਮਝ ਕੇ ਅਜਿਹੀ ਵਿਸਮਾਦ ਅਵਸਥਾ ਵਿੱਚ ਅੱਪੜ ਗਏ ਕਿ ਪ੍ਰਭੂ ਜੀ ਨੂੰ ਭਗਤ ਜੀ ਦੇ ਪ੍ਰੇਮ ਵਸ ਹੋ ਕੇ ਪ੍ਰਤੱਖ ਦਰਸ਼ਨ ਦੇਣੇ ਪਏ। ਇਸ ਖੇਡ ਨੂੰ ਸ਼ਰਧਾ ਪਿਆਰ ਵਾਲੇ
ਟਿਕੇ ਹੋਏ ਹਿਰਦੇ ਹੀ ਸਮਝ ਸਕਦੇ ਹਨ, ਕਿਉਂਕਿ ਰੋਜ਼ਾਨਾ ਜੀਵਨ ਵਿੱਚ ਬ੍ਰਿਸ਼ ਤੋਂ ਟੁੱਟ ਕੇ ਡਿੱਗਦੇ ਫਲਾਂ ਨੂੰ ਅਤੇ ਦੇਗਚੇ ਵਿੱਚੋਂ ਨਿਕਲਦੀ ਭਾਫ਼ ਨੂੰ ਅਨੇਕਾਂ ਲੋਕਾਂ ਨੇ ਵੇਖਿਆ। ਪਰ ਜਿਸ ਤਰ੍ਹਾਂ ਨਿਊਟਨ ਨੇ ਗੁਰਤਾ ਦਾ ਸਿਧਾਂਤ ਤੇ ਸਟੀਫਨ ਨੇ ਰੇਲ ਦੇ ਇੰਜਣ ਦੀ ਕਾਢ ਦਾ ਇਕਾਗਰਚਿਤ ਹੋ ਕੇ ਅੰਦਰਲੇ ਅਨੁਭਵ ਨਾਲ ਜਗਤ ਨੂੰ ਸਾਇੰਸ ਦੇ ਖੇਤਰ ਵਿੱਚ ਕ੍ਰਿਸ਼ਮਾ ਕਰ ਵਿਖਾਇਆ, ਇਹ ਹਰ ਆਰੀਸਾਰੀ ਦੀ ਹਿੱਸੇ ਨਹੀਂ ਆਇਆ। ਐਵੇਂ ਹੀ ਆਤਮਿਕ ਮੰਡਲਾਂ ਵਿੱਚ ਭਗਤਾਂ ਨੇ ਸ਼ਰਧਾ ਅਤੇ ਪ੍ਰੇਮ ਦੇ ਮਾਰਗ ਤੇ ਟੁਰਦਿਆਂ ਪ੍ਰਭੂ ਜੀ ਨੂੰ ਵਸ ਕਰ ਲਿਆ। ਭਗਤੀ ਤੋਂ ਹੀਣੇ, ਭਗਤੀ ਪ੍ਰੇਮ ਤੋਂ ਸਖਣੇ ਹਿਰਦੇ ਇਹਨਾਂ ਖੇਡਾਂ ਨੂੰ ਨਹੀਂ ਸਮਝ ਸਕਦੇ। ਭਗਤਾਂ ਦੇ ਪ੍ਰੇਮ ਨੇ ਪ੍ਰਭੂ ਨੂੰ ਹਰ ਅਸੰਭਵ ਕੰਮ ਕਰਨ ਲਈ ਵੀ ਮਜਬੂਰ ਕਰ ਦਿੱਤਾ। ਇੱਕ ਦਿਨ ਧੰਨਾ ਜੀ ਤਰਲੋਚਨ ਪੰਡਤ ਨੂੰ ਮਿਲੇ। ਧੰਨਾ ਜੀ ਨੇ ਤਰਲੋਚਨ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਤੇ ਬੇਨਤੀ ਕੀਤੀ ਕਿ ਆਪ ਜੀ ਨੇ ਜਿਹੜਾ ਠਾਕੁਰ ਦਿੱਤਾ ਸੀ ਨਾ, ਉਹ ਦਾਸ ਦੇ ਸਾਰੇ ਕਾਰਜ ਸਵਾਰ ਰਿਹਾ ਹੈ। ਗਊਆਂ ਵੀ ਚਾਰਦਾ ਹੈ, ਹਲ ਵੀ ਵਾਹੁੰਦਾ ਹੈ, ਨਿੱਕੇ ਮੋਟੇ ਸਾਰੇ ਕੰਮ ਕਰਦਾ ਹੈ। ਮੇਰੇ ਵਾਂਗ ਹੀ ਲੱਸੀ, ਸਾਗ, ਬਾਸੀ ਰੋਟੀ ਖਾ ਲੈਂਦਾ ਹੈ। ਮੈਂ ਆਪ ਜੀ ਦਾ ਦਿਲੋਂ ਧੰਨਵਾਦੀ ਹਾਂ। ਹੁਣ ਦੱਸੋ, ਜੋ ਕੁਝ ਮੈਨੂੰ ਪ੍ਰਾਪਤ ਹੋਇਆ ਹੈ ਉਸ ਦਾ ਅੱਧ ਆਪ ਜੀ ਨੂੰ ਦੇਣਾ ਹੈ, ਸੋ ਕਿਹੜਾ ਕੰਮਕਾਰ ਹੈ ਜੋ ਕਰਵਾਉਣਾ ਹੈ। ਧੰਨਾ ਜੀ ਦੇ ਉਪਰੋਕਤ ਵਾਕਾਂ ਨੇ ਤਰਲੋਚਨ ਪੰਡਤ ਦਾ ਹਿਰਦਾ ਹਲੂਣ ਸੁੱਟਿਆ। ਉਸ ਨੇ ਧੰਨਾ ਜੀ ਨੂੰ ਨਿਮਰਤਾ ਪੂਰਵਕ ਬੇਨਤੀ ਕੀਤੀ ਕਿ ਮੈਨੂੰ ਵੀ ਠਾਕਰ ਦੇ ਦਰਸ਼ਨ ਕਰਵਾਓ। ਧੰਨਾ ਜੀ ਆਖਣ, ਪੰਡਤ ਜੀ ਆਓ ਵੇਖੋ, ਭਗਵਾਨ ਜੀ ਗਊਆਂ ਚਾਰ ਰਹੇ ਨੇ, ਖੂਹ ਵੀ ਚਲਾਉਂਦੇ ਨੇ, ਆਪੇ ਨੱਕੇ ਮੋੜੀ ਜਾ ਰਹੇ ਨੇ। ਪਰ ਅਗਿਆਨੀ ਪੰਡਤ ਤਰਲੋਚਨ ਨੂੰ ਪ੍ਰਭੂ ਜੀ ਦੇ ਦਰਸ਼ਨ ਨਾ ਹੋਣ। ਪੰਡਤ ਤਰਲੋਚਨ ਦਾ ਮਨ ਵੈਰਾਗ ਨਾਲ ਭਰ ਗਿਆ, ਅੱਖਾਂ ਵਿੱਚ ਹੰਝੂ ਵਹਿ ਟੁਰੇ। ਆਪਣੇ ਕੀਤੇ ਗੁਨਾਹਾਂ ਦਾ ਪਛਤਾਵਾ ਕਰਨ ਲੱਗਾ। ਮਨ ਵਿੱਚ ਧੰਨਾ ਜੀ ਨਾਲ ਕੀਤੇ ਫਰੇਬ ਨੂੰ ਵੀ ਮਹਿਸੂਸ ਕਰਨ ਲੱਗਾ। ਬੇਨਤੀਆਂ ਕਰਨ ਲੱਗਾ ਕਿ ਹੇ ਕਿਰਪਾਲੂ, ਹੇ ਦਿਆਲੂ, ਬਖਸ਼ਿੰਦ ਪ੍ਰਭੂ ਜੀ, ਮੈਨੂੰ ਪਾਪੀ, ਅਪਰਾਧੀ, ਗੁਨਾਹਗਾਰ, ਅਭਾਗੇ ਨੂੰ ਦਰਸ਼ਨ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਇਸੇ ਪ੍ਰਕਾਰ ਉਹ ਤਰਲੋਚਨ ਪੰਡਤ ਵੀ ਬੇਨਤੀਆਂ ਕਰਦਾ ਬਸੁੱਧ ਹੋ ਗਿਆ। ਬਸੁੱਧ ਪਏ ਪੰਡਤ ਤਰਲੋਚਨ ਨੂੰ ਵੇਖ ਕੇ ਧੰਨਾ ਜੀ ਦਾ ਮਨ ਵਿਆਕਲ ਹੋ ਗਿਆ ਅਤੇ ਤਰਲੋਚਨ ਨੂੰ ਦਰਸ਼ਨ ਬਖਸ਼ ਦੇਣ ਵਾਸਤੇ ਭਗਵਾਨ ਜੀ ਪਾਸ ਬੇਨਤੀ ਕਰਨ ਲੱਗੇ ਕਿ ਹੇ ਮੇਰੇ ਦਿਆਲੂ ਭਗਵਾਨ ਜੀ, ਤੁਹਾਡੇ ਦਰਸ਼ਨ ਮੈਨੂੰ ਇਸ ਤਰਲੋਚਨ ਜੀ ਨੇ ਕਰਵਾਏ ਹਨ। ਇਹਨਾਂ ਦੀ ਕਿਰਪਾ ਨਾਲ ਹੀ ਆਪ ਜੀ ਮੇਰੇ ਜੀਵਨ ਵਿੱਚ ਆਏ ਹੋ, ਸੋ ਹੁਣ ਆਪ ਮਿਹਰ ਕਰਕੇ ਤਰਲੋਚਨ ਜੀ ਨੂੰ ਵੀ ਦਰਸ਼ਨ ਬਖਸ਼ੋ ਜੀ। ਭਗਵਾਨ ਜੀ ਨੇ ਆਖਿਆ, ਧੰਨਾ ਜੀ, ਤਰਲੋਚਨ ਨੂੰ ਜਾਤ ਦਾ ਅਭਿਮਾਨ ਹੈ। ਹੰਕਾਰੀ ਪੁਰਸ਼ ਨੂੰ ਦਰਸ਼ਨ ਹੋਣੇ ਅਸੰਭਵ ਹਨ। ਪਰ ਤਰਲੋਚਨ ਜੀ ਅਤੇ ਧੰਨਾ ਜੀ ਦੋਵੇਂ ਨਿਮਰਤਾ ਪੂਰਵਕ ਬੇਨਤੀਆਂ ਕਰ ਰਹੇ ਸਨ। ਧੰਨਾ ਜੀ ਦੀ ਮਿਹਰ ਨਾਲ ਭਗਵਾਨ ਜੀ ਨੇ ਤਰਲੋਚਨ ਜੀ ਨੂੰ ਵੀ ਪ੍ਰਤੱਖ ਦਰਸ਼ਨ ਦਿੱਤੇ। ਲੋਕ ਧੰਨਾ ਜੀ ਦੀ ਮਹਿਮਾ ਕਰਨ ਲੱਗੇ। ਭਗਵਾਨ ਜੀ ਦੇ ਹੁਕਮ ਅਨੁਸਾਰ ਧੰਨਾ ਜੀ ਨੇ ਰਾਮਾਨੰਦ ਨੂੰ ਗੁਰੂ ਧਾਰਨ ਕੀਤਾ ਤੇ ਘਰ ਵਿੱਚ ਰਹਿ ਕੇ ਧਰਮ ਦੀ ਕਿਰਤ ਵਿਰਤ ਕਰਦਿਆਂ ਹੋਇਆਂ ਰਾਮ ਨਾਮ ਦਾ ਸਿਮਰਨ ਕਰਨ ਲੱਗੇ। ਧੰਨਾ ਜੀ ਨੂੰ ਪ੍ਰਭੂ ਕਿਰਪਾ ਨਾਲ ਮੁਕਤੀ ਦੀ ਦਾਤ ਪ੍ਰਾਪਤ ਹੋਈ। ਇਹ ਮੇਰੀ ਆਤਮਾ ਵੇਖ, ਧੰਨਾ ਜੀ ਨੇ ਬੱਚਿਆਂ ਵਾਲੀ ਭੋਲੀ ਭਾਲੀ ਨਿਰਸ਼ਲ ਬੁੱਧ ਨਾਲ ਪ੍ਰਭੂ ਜੀ ਨੂੰ ਸੇਵਿਆ। ਪ੍ਰਭੂ ਜੀ ਨੂੰ ਪ੍ਰਸੰਨ ਹੋ ਕੇ ਧੰਨਾ ਜੀ ਨੂੰ ਦਰਸ਼ਨ ਬਖਸ਼ਣੇ ਪਏ ਅਤੇ ਧੰਨਾ ਜੀ ਦੇ ਸਭ ਕਾਰਜ ਪਰਮੇਸ਼ਰ ਨੇ ਆਪ ਸਵਾਰੇ। ਹੇ ਮੇਰੇ ਮਨ, ਤੂੰ ਵੀ ਚੰਚਲ ਮਤ ਤਿਆਗ ਕੇ ਪ੍ਰਭੂ ਜੀ ਦਾ ਅੱਠੇ ਪਹਿਰ ਸਿਮਰਨ ਕਰਿਆ ਕਰ। ਚੰਚਲਤਾਈ ਵਾਲੀ ਬਿਰਤੀ ਦਾ ਤਿਆਗ ਕਰ। ਆਪਣੇ ਮਨ ਵਿੱਚ ਨਿਸ਼ਕਪਟਤਾ ਲਿਆਉਣਾ ਕਰ, ਤਾਂ ਜੋ ਤੇਰੇ ਪਾਪਾਂ ਦਾ ਵੀ ਨਾਸ਼ ਹੋਵੇ ਅਤੇ ਤੈਨੂੰ ਵੀ ਪ੍ਰਭੂ ਜੀ ਦੇ ਸਾਮਰਥਕ ਦਰਸ਼ਨ ਹੋਣ ਅਤੇ ਤੇਰਾ ਵੀ ਲੋਕ ਪਰਲੋਕ ਸਵਾਰਿਆ ਜਾਵੇ।